Hello students, welcome to 5th semester history class। ਸਾਡਾ ਕੁਐਸਚਨ ਚੱਲ ਰਿਹਾ ਸੀ ਵੀਅਨਾ ਕਾਂਗਰਸ ਦੇ ਉਦੇਸ਼, ਕਾਰਜ, ਧਾਰਾਵਾਂ ਅਤੇ ਮਹੱਤਵ ਦਾ ਵਰਣਨ ਕਰੋ। ਪਿਛਲੀ ਕਲਾਸਾਂ ਵਿੱਚ ਅਸੀਂ ਦੇਖਿਆ ਕਿ ਨੈਪੋਲੀਅਨ ਦੇ ਯੁੱਧਾਂ ਦੇ ਕਾਰਨ ਯੂਰਪ ਦਾ ਮਾਨਚਿੱਤਰ ਬਹੁਤ ਬਦਲ ਗਿਆ। ਇਸ ਮਾਨਚਿੱਤਰ ਨੂੰ ਦੁਬਾਰਾ ਵਿਵਸਥਿਤ ਕਰਨ ਦੇ ਲਈ ਅਤੇ ਯੂਰਪ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਲਈ ਅਤੇ ਨੈਪੋਲੀਅਨ ਦਾ ਸਾਥ ਦੇਣ ਵਾਲੇ ਦੇਸ਼ਾਂ ਨੂੰ ਸਜ਼ਾ ਦੇਣ ਦੇ ਲਈ ਤੇ ਨੈਪੋਲੀਅਨ ਨੂੰ ਹਰਾਉਣ ਵਾਲੇ ਦੇਸ਼ਾਂ ਨੂੰ ਇਨਾਮ ਦੇਣ ਦੇ ਉਦੇਸ਼ ਦੇ ਲਈ ਆਸਟਰੀਆ ਦੀ ਰਾਜਧਾਨੀ ਵੀਅਨਾ ਵਿੱਚ ਇੱਕ ਸੰਮੇਲਨ ਬੁਲਾਇਆ ਗਿਆ। ਇਸ ਸੰਮੇਲਨ ਵਿੱਚ ਅਨੇਕ ਫੈਸਲੇ ਲਏ ਗਏ, ਜਿਸ ਦੇ ਆਧਾਰ 'ਤੇ ਵੀਅਨਾ ਕਾਂਗਰਸ ਜਾਂ ਸੰਮੇਲਨ ਦੀਆਂ ਧਾਰਾਵਾਂ ਦਾ ਨਿਰਮਾਣ ਕੀਤਾ ਗਿਆ। ਇਹਨਾਂ ਨਿਯਮਾਂ ਜਾਂ ਫੈਸਲਿਆਂ ਦੇ ਅਨੁਸਾਰ ਯੂਰਪ ਵਿੱਚ ਫਰਾਂਸ ਦੇ ਮਹੱਤਵ ਨੂੰ ਜਾਂ ਫਰਾਂਸ ਦੀ ਸ਼ਕਤੀ ਨੂੰ ਘਟਾ ਦਿੱਤਾ ਗਿਆ ਅਤੇ ਯੂਰਪ ਦੇ ਅਲੱਗ-ਅਲੱਗ ਦੇਸ਼ਾਂ ਨੂੰ ਅਨੇਕ ਤਰ੍ਹਾਂ ਦੇ ਖੇਤਰ ਪ੍ਰਾਪਤ ਹੋਏ। ਅੱਜ ਦੀ ਕਲਾਸ ਵਿੱਚ ਅਸੀਂ ਐਸੇ ਕੁਐਸਚਨ ਨੂੰ ਜਾਰੀ ਰੱਖਦੇ ਹੋਏ ਵੀਅਨਾ ਕਾਂਗਰਸ ਜਾਂ ਸੰਮੇਲਨ ਦੀ ਆਲੋਚਨਾਤਮਕ ਮੁੱਲਿਆਂਕਨ ਕਰਾਂਗੇ। ਸ਼ੁਰੂ ਕਰਦੇ ਹਾਂ। 1815 ਈਸਵੀ ਵਿੱਚ ਹੋਈ ਵੀਅਨਾ ਦੀ ਕਾਂਗਰਸ ਨੇ ਜੋ ਸਮਝੌਤਾ ਕੀਤਾ ਜਾਂ ਜੋ ਫੈਸਲੇ ਲਏ, ਉਹਨਾਂ ਦੇ ਸੰਬੰਧ ਵਿੱਚ ਇਤਿਹਾਸਕਾਰ ਇੱਕਮਤ ਨਹੀਂ ਹਨ। 19ਵੀਂ ਸਦੀ ਦੇ ਉਦਾਰਵਾਦੀ ਲੇਖਕ ਇਹਨਾਂ ਫੈਸਲਿਆਂ ਨੂੰ ਪ੍ਰਤੀਕਿਰਿਆਵਾਦੀ ਕਹਿ ਕੇ ਇਸ ਦੀ ਨਿੰਦਾ ਕਰਦੇ ਹਨ, ਪਰੰਤੂ 20ਵੀਂ ਸਦੀ ਦੇ ਜ਼ਿਆਦਾਤਰ ਇਤਿਹਾਸਕਾਰ ਇਹਨਾਂ ਫੈਸਲਿਆਂ ਨੂੰ ਯੂਰੋਪੀਅਨ ਰਾਜਨੀਤਿਆਵਾਂ ਦਾ ਇੱਕ ਸਫਲ ਪ੍ਰਯਾਸ ਮੰਨਦੇ ਹਨ। ਪਰੰਤੂ ਕਿਸੇ ਵੀ ਮੁਲਾਂਕਣ ਜਾਂ ਫੈਸਲੇ 'ਤੇ ਪਹੁੰਚਣ ਤੋਂ ਪਹਿਲਾਂ ਸਾਨੂੰ ਦੋਵੇਂ ਹੀ ਪੱਖਾਂ ਦਾ ਅਧਿਐਨ ਕਰਨਾ ਪਵੇਗਾ। ਪਹਿਲਾਂ ਅਸੀਂ ਗੱਲ ਕਰਦੇ ਹਾਂ ਵੀਅਨਾ ਸਮਝੌਤੇ ਜਾਂ ਸੰਮੇਲਨ ਜਾਂ ਕਾਂਗਰਸ ਦੇ ਵਿਪੱਖ ਵਿੱਚ ਤਰਕ। ਵੀਅਨਾ ਸਮਝੌਤੇ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਸਮਝੌਤੇ ਨੂੰ ਰੂਪਰੇਖਾ ਦੇਣ ਵਾਲਿਆਂ ਨੇ ਰਾਸ਼ਟਰੀ ਭਾਵਨਾ ਨੂੰ ਉਚਿਤ ਮਹੱਤਵ ਨਹੀਂ ਦਿੱਤਾ। ਫਰਾਂਸ ਦੀ ਰਾਜ ਕ੍ਰਾਂਤੀ ਦੇ ਸਿੱਟੇ ਵਜੋਂ ਯੂਰਪ ਵਾਸੀਆਂ ਵਿੱਚ ਰਾਸ਼ਟਰੀ ਭਾਵਨਾ ਅੰਦੋਲਿਤ ਹੋ ਉੱਠੀ ਸੀ। ਬੈਲਜੀਅਮ, ਪੋਲੈਂਡ, ਇਟਲੀ ਅਤੇ ਜਰਮਨੀ ਆਦਿ ਸਾਰੇ ਦੇਸ਼ਾਂ ਵਿੱਚ ਵਸਣ ਵਾਲੇ ਲੋਕ ਇੱਕ ਸੁਤੰਤਰ ਰਾਸ਼ਟਰ ਦੇ ਰੂਪ ਵਿੱਚ ਜੀਵਨ ਬਤੀਤ ਕਰਨ ਦੀ ਇੱਛਾ ਰੱਖਦੇ ਸਨ, ਪਰੰਤੂ ਵੀਅਨਾ ਸਮਝੌਤੇ ਨੇ ਉਹਨਾਂ ਦੀ ਇਸ ਭਾਵਨਾ ਦੀ ਪਰਵਾਹ ਨਾ ਕਰਦੇ ਹੋਏ ਨਾਰਵੇ ਨੂੰ ਸਵੀਡਨ ਦੇ, ਬੈਲਜੀਅਮ ਨੂੰ ਹਾਲੈਂਡ ਦੇ ਅਤੇ ਲੁੰਬਾਰਡੀ ਤੇ ਵਿਨੇਸ਼ੀਆ ਨੂੰ ਆਸਟਰੀਆ ਦੇ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪੋਲੈਂਡ ਦੀ ਜਨਤਾ ਨੂੰ ਦੁਬਾਰਾ ਤੋਂ ਆਸਟਰੀਆ, ਰੂਸ ਅਤੇ ਪ੍ਰਸ਼ੀਆ ਦੇ ਵਿੱਚ ਵੰਡ ਦਿੱਤਾ ਗਿਆ। ਇਹ ਵਿਵਸਥਾਵਾਂ ਨਿਆਂ ਸੰਗਤ ਨਹੀਂ ਸਨ, ਇਸ ਲਈ ਇਸ ਦੀ ਇਤਿਹਾਸਕਾਰਾਂ ਨੇ ਆਲੋਚਨਾ ਕੀਤੀ ਹੈ। ਦੂਜਾ ਤਰਕ ਹੈ ਵੀਅਨਾ ਸਮਝੌਤਾ ਪ੍ਰਤੀਕਿਰਿਆਵਾਦੀ ਸੀ। ਫਰਾਂਸ ਦੀ ਰਾਜ ਕ੍ਰਾਂਤੀ ਨਾਲ ਨਾ ਕੇਵਲ ਰਾਸ਼ਟਰੀ ਭਾਵਨਾ ਦਾ ਹੀ ਜਨਮ ਹੋਇਆ ਸੀ, ਬਲਕਿ ਲੋਕਤਾਂਤਰਿਕ ਵਿਚਾਰਾਂ ਨੂੰ ਵੀ ਬਲ ਮਿਲਿਆ ਸੀ। ਅਜਿਹੀ ਭਾਵਨਾਵਾਂ ਦੇ ਪ੍ਰਬਲ ਹੋਣ ਦੇ ਕਾਰਨ ਹੀ 1812 ਈਸਵੀ ਵਿੱਚ ਸਪੇਨ ਨੇ ਇੱਕ ਅਜਿਹੇ ਸੰਵਿਧਾਨ ਦਾ ਨਿਰਮਾਣ ਕੀਤਾ ਸੀ ਜੋ ਫਰਾਂਸ ਦੇ 1791 ਈਸਵੀ ਦੇ ਸੰਵਿਧਾਨ ਦੇ ਅਨੁਰੂਪ ਸੀ ਜਾਂ ਅਨੁਸਾਰ ਸੀ। ਪਰੰਤੂ ਵੀਅਨਾ ਸਮਝੌਤੇ ਦੁਆਰਾ ਹੋਈ ਵਿਵਸਥਾਵਾਂ ਵਿੱਚ ਨਾ ਤਾਂ ਸੰਵਿਧਾਨਿਕ ਅਧਿਕਾਰਾਂ ਨੂੰ ਸਥਾਨ ਦਿੱਤਾ ਗਿਆ ਅਤੇ ਨਾ ਹੀ ਜਨਤਾ ਦੀ ਪ੍ਰਭੂਸੱਤਾ ਦੇ ਸਿਧਾਂਤ ਨੂੰ ਸਵੀਕਾਰ ਕੀਤਾ ਗਿਆ ਸੀ। ਇਸ ਤੋਂ ਵਿਪਰੀਤ ਜਾਂ ਉਲਟੇ ਪ੍ਰਤੇਕ ਰਾਜ ਵਿੱਚ ਨਿਰੰਕੁਸ਼ ਸ਼ਾਸਨ ਦੀ ਵਿਵਸਥਾ ਕਰਨ ਦੇ ਲਈ ਯਤਨ ਕੀਤੇ ਗਏ ਸਨ। ਵਿਪੱਖ ਵਿੱਚ ਤੀਜਾ ਤਰਕ ਹੈ ਇਟਲੀ ਅਤੇ ਸਪੇਨ ਵਿੱਚ ਅਜਿਹੇ ਰਾਜਵੰਸ਼ਾਂ ਨੂੰ ਸ਼ਾਸਨ ਅਧਿਕਾਰ ਦਿੱਤਾ ਗਿਆ
ਸੀ ਜੋ ਇਸ ਦੇ ਪਾਤਰ ਹੀ ਨਹੀਂ ਸਨ। ਇਹ ਜੀ ਵਿਵਸਥਾ ਕਰਨਾ ਵੀ ਯੂਰੋਪੀਅਨ ਰਾਜਨੇਤਾਵਾਂ ਦੀ ਇੱਕ ਭਾਰੀ ਭੁੱਲ ਸੀ। ਸਪੇਨ ਇੱਕ ਅਜਿਹਾ ਦੇਸ਼ ਸੀ ਜਿੱਥੋਂ ਦੇ ਰਾਜ ਅਧਿਕਾਰੀ ਫਰਾਂਸ ਦੇ ਰਾਜ ਕ੍ਰਾਂਤੀ ਦੇ ਮੂਲ ਸਿਧਾਂਤਾਂ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ ਆਦਿ ਦੇ ਸਮਰਥਕ ਸਨ। ਅਜਿਹੇ ਰਾਜ ਵਿੱਚ ਸ਼ਾਸਨ ਚਲਾਉਣ ਦੇ ਲਈ ਇੱਕ ਪ੍ਰਗਤੀਸ਼ੀਲ ਵਿਚਾਰਾਂ ਵਾਲੇ ਸ਼ਾਸਕ ਦੀ ਲੋੜ ਸੀ, ਪਰੰਤੂ ਫਰਡੀਨੈਂਡ 7ਵੇਂ ਵਿੱਚ ਇਸ ਤਰ੍ਹਾਂ ਦਾ ਕੋਈ ਗੁਣ ਨਹੀਂ ਸੀ। ਉਸਨੇ ਤਾਂ ਬਿਨਾਂ ਸੋਚੇ ਸਮਝੇ ਹੀ 1812 ਈਸਵੀ ਦੇ ਸੰਵਿਧਾਨ ਦਾ ਅੰਤ ਕਰ ਦਿੱਤਾ ਅਤੇ ਨਾਗਰਿਕਾਂ ਦੀ ਸੁਤੰਤਰਤਾ 'ਤੇ ਰੋਕ ਲਾ ਦਿੱਤੀ। ਇਟਲੀ ਪ੍ਰਾਇਦੀਪ ਵਿੱਚ ਵੀ ਬਹੁਤ ਜਿਹੇ ਅਜਿਹੇ ਸ਼ਾਸਕ ਸਨ ਜੋ ਫਰਡੀਨੈਂਡ 7ਵੇਂ ਦੀ ਤਰ੍ਹਾਂ ਹੀ ਪ੍ਰਤੀਕਿਰਿਆਵਾਦੀ ਸਨ। ਅਗਲਾ ਤਰਕ ਹੈ ਜਰਮਨੀ ਸੰਬੰਧੀ ਵਿਵਸਥਾ ਵੀ ਦੋਸ਼ਪੂਰਨ ਸੀ। ਸਮਝੌਤੇ ਦੇ ਆਲੋਚਕਾਂ ਦਾ ਇਹ ਕਹਿਣਾ ਹੈ ਕਿ ਵੀਅਨਾ ਦੀ ਸੰਧੀ ਦੁਆਰਾ ਜਿਸ ਜਰਮਨ ਸੰਘ ਦੀ ਸਥਾਪਨਾ ਕੀਤੀ ਗਈ ਸੀ ਉਹ ਮੁੱਖ ਰੂਪ ਨਾਲ ਆਸਟਰੀਆ ਦੇ ਹਿੱਤਾਂ ਵਿੱਚ ਸੀ। ਇਸਨੇ ਜਰਮਨੀ ਦੇ ਰਾਸ਼ਟਰਵਾਦੀਆਂ ਨੂੰ ਬੜੀ ਨਿਰਾਸ਼ਾ ਹੋਈ ਸੀ। ਅਗਲਾ ਤਰਕ ਹੈ ਵੀਅਨਾ ਸਮਝੌਤੇ ਨੂੰ ਰੂਪਰੇਖਾ ਦੇਣ ਵਾਲੇ ਲਾਲਚੀ ਅਤੇ ਸਵਾਰਥੀ ਸਨ। ਉਹਨਾਂ ਵਿੱਚੋਂ ਪ੍ਰਤੇਕ ਦੀ ਇਹ ਇੱਛਾ ਸੀ ਕਿ ਉਹ ਆਪਣੇ ਦੇਸ਼ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾ ਸਕਣ। ਅਜਿਹੇ ਰਾਜਨੇਤਾਵਾਂ ਵਿੱਚ ਇੱਕ ਸੰਤੋਸ਼ਜਨਕ ਸੰਧੀ ਦੀ ਉਮੀਦ ਕਰਨਾ ਵਿਅਰਥ ਸੀ। ਨੈਕਸਟ ਤਰਕ ਹੈ ਸਮਝੌਤੇ ਦੇ ਆਲੋਚਕਾਂ ਦਾ ਇਹ ਵੀ ਕਹਿਣਾ ਹੈ ਕਿ ਵੀਅਨਾ ਕਾਂਗਰਸ ਕੁਝ ਹੋਰ ਮਹੱਤਵਪੂਰਨ ਸਮੱਸਿਆਵਾਂ ਦਾ ਸਮਾਧਾਨ ਵੀ ਕਰ ਸਕਦੀ ਸੀ, ਲੇਕਿਨ ਉਸਨੇ ਇਸ ਤਰ੍ਹਾਂ ਦਾ ਕੋਈ ਯਤਨ ਨਹੀਂ ਕੀਤਾ। ਉਦਾਹਰਨ ਦੇ ਲਈ ਵੀਅਨਾ ਕਾਂਗਰਸ ਨੂੰ ਯੂਨਾਨ ਦੀ ਸੁਤੰਤਰਤਾ ਦੇ ਪ੍ਰਸ਼ਨ 'ਤੇ ਸੋਚ ਵਿਚਾਰ ਕਰਨਾ ਚਾਹੀਦਾ ਸੀ। ਇਸ ਦੇ ਨਾਲ ਹੀ ਪੂਰਬੀ ਸਮੱਸਿਆ 'ਤੇ ਵੀ ਵਿਚਾਰ ਵਿਮਰਸ਼ ਹੋ ਸਕਦਾ ਸੀ। 19ਵੀਂ ਸਦੀ ਦੀ ਸ਼ੁਰੂਆਤ ਵਿੱਚ ਇਸ ਸਮੱਸਿਆ ਨੂੰ ਸੁਲਝਾਉਣਾ ਕਾਫੀ ਆਸਾਨ ਸੀ। ਮਹਾਦੀਪ ਦੀ ਸ਼ਾਂਤੀ ਦੇ ਹਿੱਤ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੇ ਸੰਬੰਧ ਵਿੱਚ ਵੀ ਗੰਭੀਰ ਵਿਚਾਰ ਹੋ ਸਕਦਾ ਸੀ, ਪਰੰਤੂ ਤਤਕਾਲੀਨ ਰਾਜਨੇਤਾਵਾਂ ਨੇ ਅਜਿਹਾ ਕੋਈ ਯਤਨ ਨਹੀਂ ਕੀਤਾ। ਇਹਨਾਂ ਸਾਰੇ ਤਰਕਾਂ ਦੇ ਆਧਾਰ 'ਤੇ ਵੀਅਨਾ ਕਾਂਗਰਸ ਦੀ ਆਲੋਚਨਾ ਕੀਤੀ ਜਾਂਦੀ ਹੈ। ਅਗਲਾ ਸਾਡਾ ਪੁਆਇੰਟ ਹੈ ਉਹ ਹੈ ਸਮਝੌਤੇ ਦੇ ਪੱਖ ਵਿੱਚ ਤਰਕ। ਵੀਅਨਾ ਸਮਝੌਤੇ ਦੇ ਪ੍ਰਸ਼ੰਸਕਾਂ ਨੇ ਨਾ ਕੇਵਲ ਆਲੋਚਕਾਂ ਦੇ ਤਰਕਾਂ ਦਾ ਖੰਡਨ ਹੀ ਕੀਤਾ ਹੈ, ਬਲਕਿ ਸਮਝੌਤੇ ਦੇ ਪੱਖ ਵਿੱਚ ਵੀ ਕਾਫੀ ਮਹੱਤਵਪੂਰਨ ਦਲੀਲਾਂ ਪੇਸ਼ ਕੀਤੀਆਂ ਹਨ। ਉਹਨਾਂ ਵਿੱਚੋਂ ਕੁਝ ਦੀ ਚਰਚਾ ਅਸੀਂ ਕਰਾਂਗੇ। ਜਿਵੇਂ ਪਹਿਲੀ ਹੈ, ਵੀਅਨਾ ਸਮਝੌਤੇ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਇਸ ਦੇ ਦੁਆਰਾ ਕਿਸੇ ਵੀ ਯੂਰੋਪੀਅਨ ਸ਼ਕਤੀ ਦੇ ਨਾਲ ਕੋਈ ਵੱਡਾ ਅਨਿਆਏ ਨਾ ਕੀਤਾ ਗਿਆ। ਇੱਥੋਂ ਤੱਕ ਕਿ ਫਰਾਂਸ ਵੀ, ਜਿਸ ਦੀ ਹਾਰ ਹੋਈ ਸੀ, ਅਨਿਆਂਪੂਰਨ ਵਿਵਹਾਰ ਦੀ ਸ਼ਿਕਾਇਤ ਨਹੀਂ ਕਰ ਸਕਦਾ ਸੀ। ਪੱਖ ਵਿੱਚ ਦੂਜਾ ਤਰਕ ਹੈ, ਵੀਅਨਾ ਸਮਝੌਤੇ ਦੇ ਕਾਰਨ ਯੂਰਪ ਮਹਾਦੀਪ ਵਿੱਚ 40 ਸਾਲਾਂ ਤੱਕ ਸ਼ਾਂਤੀ ਵਿਵਸਥਾ ਬਣੀ ਰਹੀ ਅਤੇ ਮਹਾਦੀਪ ਅਗਲੀ ਇੱਕ ਸਦੀ ਤੱਕ ਮਹਾਯੁੱਧ ਦੀ ਅੱਗ ਤੋਂ ਬਚਿਆ ਰਿਹਾ। 1854 ਤੋਂ 56 ਈਸਵੀ ਦੀ ਕ੍ਰੀਮੀਆ ਦੀ ਲੜਾਈ ਤੋਂ ਪਹਿਲਾਂ ਤੱਕ ਯੂਰਪ ਵਿੱਚ ਵੱਡੇ ਪੈਮਾਨੇ 'ਤੇ ਕੋਈ ਲੜਾਈ ਨਾ ਹੋਈ। ਸ਼ਾਂਤੀ ਦੇ ਇਸ ਕਾਲ ਵਿੱਚ ਯੂਰੋਪੀਅਨ ਸ਼ਕਤੀਆਂ ਨੂੰ ਉਹ ਹਾਨੀ ਪੂਰੀ ਕਰਨ ਦਾ ਮੌਕਾ ਮਿਲਿਆ ਜੋ ਉਹਨਾਂ ਨੂੰ ਯੁੱਧਾਂ ਦੇ ਕਾਰਨ ਉਠਾਉਣੀ ਪਈ ਸੀ। ਅਸਲ ਵਿੱਚ ਇਸ ਸ਼ਾਂਤੀ ਵਿਵਸਥਾ ਨੂੰ ਬਣਾ ਕੇ ਰੱਖਣ ਵਿੱਚ ਸਮਝੌਤਾ ਕਾਫੀ ਸੀਮਾ ਤੱਕ ਜ਼ਿੰਮੇਦਾਰ ਸੀ। ਅਗਲਾ ਤਰਕ ਹੈ, ਫਰਾਂਸ ਦੇ ਨਾਲ ਨਿਆਂਪੂਰਨ ਵਿਵਹਾਰ ਵੀ ਇਸ ਸੰਧੀ ਦਾ ਇੱਕ ਵਿਸ਼ੇਸ਼ ਗੁਣ ਸੀ। 1815 ਈਸਵੀ ਦੇ ਯੂਰੋਪੀਅਨ ਰਾਜਨੇਤਾਵਾਂ ਦੇ ਲਈ ਮਾਣ ਦੀ ਗੱਲ ਹੈ ਕਿ ਉਹਨਾਂ ਨੇ ਹਾਰੇ ਹੋਏ ਦੇਸ਼ਾਂ ਦੇ ਨਾਲ ਬਦਲਾ ਲੈਣ ਦੀ ਨਾ ਸੋਚੀ। ਉਹਨਾਂ ਨੇ ਫਰਾਂਸ 'ਤੇ ਸਖਤ ਸ਼ਰਤਾਂ ਲਾਉਣ ਵਿੱਚ ਸੰਕੋਚ ਕੀਤਾ ਅਤੇ 1815 ਈਸਵੀ ਦੇ ਬਾਅਦ ਉਸ ਨੂੰ ਯੂਰੋਪੀਅਨ ਸੰਘ ਵਿਵਸਥਾ ਵਿੱਚ ਵੀ ਸ਼ਾਮਿਲ ਕਰ ਲਿਆ ਗਿਆ। ਜੇਕਰ ਹਾਰੇ ਹੋਏ ਦੇਸ਼ 'ਤੇ ਸਖਤ ਸ਼ਰਤਾਂ ਲਾਉਂਦੇ ਤਾਂ ਸੰਭਵ ਸੀ ਕਿ ਸਮਝੌਤੇ ਦੇ ਬਾਅਦ ਹੀ
ਯੂਰਪ ਯੁੱਧ ਦੀ ਅੱਗ ਵਿੱਚ ਕੁੱਦ ਪੈਂਦਾ। ਅਗਲਾ ਤਰਕ ਹੈ ਵੀਨਾ ਸਮਝੌਤੇ ਦਾ ਮਹੱਤਵ ਇਸ ਗੱਲ ਵਿੱਚ ਵੀ ਹੈ ਕਿ ਇਸ ਨੇ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਅੰਤਰਰਾਸ਼ਟਰੀ ਸਹਿਯੋਗ ਨਾਲ ਕੰਮ ਲੈਣ ਦੀ ਪਰੰਪਰਾ ਸਥਾਪਿਤ ਕੀਤੀ। ਯੂਰਪ ਦੀ 4 ਮਹਾਨ ਸ਼ਕਤੀਆਂ ਇੰਗਲੈਂਡ, ਆਸਟਰੀਆ, ਪ੍ਰਸ਼ੀਆ ਅਤੇ ਰਸ਼ੀਆ ਯਾਨੀ ਰੂਸ ਨੇ ਇਹ ਯੋਜਨਾ ਬਣਾਈ ਕਿ ਉਹ ਮਹਾਦੀਪ ਦੀ ਸ਼ਾਂਤੀ ਤੋਂ ਸੰਬੰਧਿਤ ਸਮੱਸਿਆਵਾਂ ਦਾ ਸਮਾਧਾਨ ਲੱਭਣ ਦੇ ਲਈ ਸਮੇਂ-ਸਮੇਂ 'ਤੇ ਸੰਮੇਲਨ ਕਰੇਗੀ ਅਤੇ ਯੂਰਪ ਨੂੰ ਯੁੱਧ ਦੀ ਅੱਗ ਤੋਂ ਬਚਾਉਣ ਦਾ ਯਤਨ ਵੀ ਕਰੇਗੀ। ਇਸ ਤਰ੍ਹਾਂ ਅੰਤ ਵਿੱਚ ਅਸੀਂ ਇਸ ਨਿਸ਼ਕਰਸ਼ ਜਾਂ ਫੈਸਲੇ 'ਤੇ ਪਹੁੰਚਦੇ ਹਾਂ ਕਿ ਆਪਣੀ ਕਮੀਆਂ ਹੋਣ ਦੇ ਬਾਵਜੂਦ ਵੀ ਵੀਨਾ ਸਮਝੌਤਾ ਜਾਂ ਸੰਮੇਲਨ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ। ਇਸ ਦੇ ਨਾਲ ਮੱਧਕਾਲ ਦਾ ਅੰਤ ਅਤੇ ਆਧੁਨਿਕ ਕਾਲ ਦੀ ਸ਼ੁਰੂਆਤ ਹੁੰਦੀ ਹੈ। ਸੰਮੇਲਨ ਵਿੱਚ ਮੌਜੂਦ ਰਾਜਨੇਤਾਵਾਂ ਨੇ ਵਿਵਹਾਰਿਕਤਾ ਅਤੇ ਸਮੇਂ ਦੇ ਅਨੁਸਾਰ ਕਾਰਜ ਕੀਤੇ ਸਨ, ਜਿਸ ਦੇ ਲਈ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਹ ਸਨ ਸਟੂਡੈਂਟਸ ਵੀਨਾ ਸੰਮੇਲਨ ਜਾਂ ਵੀਨਾ ਸਮਝੌਤੇ ਜਾਂ ਵੀਨਾ ਕਾਂਗਰਸ ਦੇ ਸੰਬੰਧ ਵਿੱਚ ਆਲੋਚਨਾਤਮਕ ਮੁਲਾਂਕਣ ਦੇ ਪੱਖ ਅਤੇ ਵਿਪੱਖ ਦੇ ਤਰਕ। ਅੱਜ ਇਹ ਕੁਐਸਚਨ ਸਾਡਾ ਪੂਰਾ ਹੋਇਆ। ਅਗਲੀ ਕਲਾਸ ਵਿੱਚ ਅਸੀਂ ਨਵੇਂ ਕੁਐਸਚਨ ਦੇ ਨਾਲ ਫਿਰ ਮਿਲਾਂਗੇ। ਉਦੋਂ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ ਅਤੇ ਆਪਣੇ ਨੋਟਸ ਜ਼ਰੂਰ ਬਣਾਉਂਦੇ ਰਹੋ।